ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 14 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 13 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸਹੁੰ ਕਿਸ ਨੇ ਚੁਕਾਈ? ਇੰਡੀਆਜ਼ ਫਰਸਟ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਟੁਕ ਦੀ ਓਥ ਬਾਏ ਹੂਮ? ਤਾਂ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਤਾਂ ਬਾਕੀ ਤੁਸੀਂ ਸਾਰੀ ਜੀਕੇ ਕਵਰ ਕਰਨ ਤੋਂ ਪਹਿਲਾਂ ਪੋਲਿਟੀ, ਹਿਸਟਰੀ, ਜੋਗਰਾਫੀ, ਉਹ ਤੁਸੀਂ ਇਹ ਸਬਜੈਕਟ ਪੜ੍ਹਨ ਤੋਂ ਪਹਿਲਾਂ ਆਪਣੀ ਸਟੈਟਿਕ ਜੀਕੇ ਜ਼ਰੂਰ ਕਵਰ ਕਰੋ, ਠੀਕ ਹੈ ਜੀ। ਤਾਂ ਇਹ ਹਰ ਇੱਕ ਪੇਪਰ ਦੇ ਲਈ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਤਾਂ ਸਟੈਟਿਕ ਜੀਕੇ ਤੁਹਾਡੀ ਪਹਿਲਾਂ ਕਵਰ ਹੋਣੀ ਜ਼ਰੂਰੀ ਹੈ। ਤਾਂ ਜਿਹੜਾ ਆਪਣੇ ਭਾਰਤ ਦੇ ਪਹਿਲੇ ਆਪਣੇ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ, ਠੀਕ ਹੈ ਜੀ। ਤਾਂ ਇਹਨਾਂ ਨੂੰ ਸਹੁੰ ਕਿਸ ਨੇ ਚੁਕਾਈ ਸੀ? ਮਤਲਬ ਜੇ ਉਹਨਾਂ ਨੂੰ ਪ੍ਰਧਾਨ ਮੰਤਰੀ ਅਪੁਆਇੰਟ ਕੀਤਾ ਗਿਆ ਸੀ ਤਾਂ ਸਹੁੰ ਚੁੱਕ ਜਿਹੜਾ ਸਮਾਗਮ ਹੁੰਦਾ ਤਾਂ ਸਹੁੰ ਕਿਸ ਨੇ ਚੁਕਾਈ ਸੀ? ਤਾਂ ਸਭ ਤੋਂ ਪਹਿਲਾ ਜਿਹੜਾ ਆਪਸ਼ਨ ਹੈ ਸੀ ਰਾਜਗੋਪਾਲਾਚਾਰੀ, ਲਾਰਡ ਮਾਊਂਟਬੈਟਨ, ਲਾਰਡ ਵਿਲੀਅਮ ਬੈਂਟਿਕ ਜਾਂ ਡਾਕਟਰ ਰਾਜਿੰਦਰ ਪ੍ਰਸਾਦ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ, ਠੀਕ ਹੈ ਜੀ। ਤਾਂ ਸੀ ਰਾਜਗੋਪਾਲਾਚਾਰੀ ਬਾਰੇ ਤੁਸੀਂ ਜਾਣਦੇ ਹੋਵੋਗੇ ਕਿ ਜਿਹੜੇ ਆਪਣੇ ਇੰਡੀਪੈਂਡੈਂਟ ਇੰਡੀਆ ਦੇ ਪਹਿਲੇ ਗਵਰਨਰ ਜਨਰਲ ਸੀ ਆਪਣੇ, ਠੀਕ ਹੈ ਜੀ, ਜਿਹੜੇ ਇੰਡੀਅਨ ਸੀ। ਇਹ ਤੁਹਾਨੂੰ ਪੁੱਛਿਆ ਜਾਊਗਾ ਕਿ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤਾਂ ਆਪਣੇ ਪਹਿਲੇ ਜਿਹੜੇ ਗਵਰਨਰ ਜਨਰਲ ਸੀਗੇ ਇੰਡੀਅਨ, ਉਹਨਾਂ ਦਾ ਨਾਮ ਦੱਸੋ ਕੀ ਸੀ? ਤਾਂ ਉਹਨਾਂ ਦਾ ਨਾਮ ਸੀ ਰਾਜਗੋਪਾਲਾਚਾਰੀ। ਜੇ ਤੁਹਾਨੂੰ ਪੁੱਛਿਆ ਜਾਊ ਕਿ ਜਿਹੜਾ ਆਪਣਾ ਇੰਡੀਪੈਂਡੈਂਟ ਇੰਡੀਆ ਦੇ ਅੰਗਰੇਜ਼ ਜਿਹੜਾ ਗਵਰਨਰ ਜਨਰਲ ਸੀ ਉਹਦਾ ਨਾਮ, ਤਾਂ ਉਹਦਾ ਨਾਮ ਸੀ ਲਾਰਡ ਮਾਊਂਟਬੈਟਨ, ਠੀਕ ਹੈ ਜੀ। ਤਾਂ ਇਹ ਆਪਣੇ ਲਾਰਡ ਵਿਲੀਅਮ ਬੈਂਟਿਕ, ਇਹ ਆਪਣੇ ਗਵਰਨਰ ਜਨਰਲ ਆਫ ਇੰਡੀਆ, ਠੀਕ ਹੈ ਜੀ। ਤਾਂ ਲਾਰਡ ਵਿਲੀਅਮ ਬੈਂਟਿਕ ਹੈ। ਅਤੇ ਡਾਕਟਰ ਰਾਜਿੰਦਰ ਪ੍ਰਸਾਦ ਆਪਣੇ ਭਾਰਤ ਦੇ ਪਹਿਲੇ ਰਾਸ਼ਟਰਪਤੀ, ਠੀਕ ਹੈ ਜੀ। ਅਤੇ ਤੁਹਾਨੂੰ ਪੁੱਛਿਆ ਜਾਊ, ਬਹੁਤ ਇੰਪੋਰਟੈਂਟ ਕੁਐਸਚਨ ਵੀ ਬਣ ਜਾਂਦਾ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। ਤਾਂ ਲਾਰਡ ਮਾਊਂਟਬੈਟਨ ਦੇ ਦੁਆਰਾ ਜਵਾਹਰ ਲਾਲ ਨਹਿਰੂ ਨੂੰ ਸਹੁੰ ਚੁਕਾਈ ਗਈ ਸੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਤਾਂ ਆਨਸਰ ਨੰਬਰ 2 ਇਹਦਾ ਆਨਸਰ ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ? ਹੂ ਵਾਜ਼ ਦੀ ਫਰਸਟ ਵਾਇਸਰਾਏ ਆਫ ਇੰਡੀਆ? ਲਾਰਡ ਕੈਨਿੰਗ, ਲਾਰਡ ਵਿਲੀਅਮ ਬੈਂਟਿਕ, ਵਾਰਨ ਹੇਸਟਿੰਗਸ, ਲਾਰਡ ਡਲਹੌਜ਼ੀ? ਤਾਂ ਬਾਕੀ ਵੀ ਆਪਾਂ ਨਾਲ ਦੇ ਜਿਹੜੇ ਆਪਸ਼ਨ ਹੁੰਦੇ ਆ ਉਹ ਵੀ ਆਪਾਂ ਡਿਸਕਸ ਕਰਦੇ ਹਾਂ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਾਂ 20 ਕੁਐਸਚਨਸ ਦੇ ਨਾਲ ਇਹਦੇ ਨਾਲ ਜਿੰਨੇ ਵੀ ਰਿਲੇਟਡ ਇਹਦੇ ਮਤਲਬ ਆਪਸ਼ਨ ਹੁੰਦੇ ਨੇ ਉਹਨਾਂ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਠੀਕ ਹੈ ਜੀ। ਤਾਂ ਇੱਕ ਜਿਹੜਾ ਮੈਂ ਤੁਹਾਨੂੰ ਫੈਕਟ ਇਹਦੇ ਵਿੱਚ ਕਰਵਾਉਣਾ ਉਹ ਤੁਸੀਂ ਨਾਲ ਦੀ ਨਾਲ ਨੋਟ ਕਰਦੇ ਜਾਇਆ ਕਰੋ, ਠੀਕ ਹੈ ਜੀ, ਤਾਂ ਕਿ ਤੁਹਾਡਾ ਇੱਕ ਵੀ ਫੈਕਟ ਮਿਸ ਨਾ ਹੋਵੇ। ਤਾਂ ਲਾਰਡ ਵਿਲੀਅਮ ਬੈਂਟਿਕ ਬਾਰੇ ਆਪਾਂ ਪੜ੍ਹ ਕੇ ਆਏ ਹਾਂ ਕਿ ਜਿਹੜੇ ਆਪਣੇ ਗਵਰਨਰ ਜਨਰਲ ਆਫ ਇੰਡੀਆ, ਠੀਕ ਹੈ ਜੀ। ਤਾਂ ਗਵਰਨਰ ਜਨਰਲ ਆਫ ਇੰਡੀਆ ਸੀ ਜਿਹੜੇ, ਉਹ ਬਣੇ ਸੀ ਆਪਣੇ ਲਾਰਡ ਵਿਲੀਅਮ ਬੈਂਟਿਕ। ਅਤੇ ਵਾਰਨ ਹੇਸਟਿੰਗਸ ਸੀਗੇ ਗਵਰਨਰ ਜਨਰਲ ਆਫ ਬੰਗਾਲ, ਠੀਕ ਹੈ ਜੀ। ਤੁਹਾਨੂੰ ਇਹ ਵੀ ਪੁੱਛਿਆ ਜਾਊ ਕਿ ਬੰਗਾਲ ਦੇ ਪਹਿਲੇ ਗਵਰਨਰ ਜਨਰਲ ਦਾ ਨਾਮ ਦੱਸੋ ਕੀ ਸੀ? ਤਾਂ ਉਹ ਸੀਗਾ ਵਾਰਨ ਹੇਸਟਿੰਗਸ। ਲਾਰਡ ਡਲਹੌਜ਼ੀ ਬਾਰੇ ਆਪਾਂ ਪੜ੍ਹਦੇ ਹਾਂ, ਠੀਕ ਹੈ ਜੀ। ਡਾਕਟਰਾਈਨ ਆਫ ਲੈਪਸ ਦੀ ਨੀਤੀ ਲਾਰਡ ਡਲਹੌਜ਼ੀ ਨੇ ਚਲਾਈ ਸੀ 1849 ਈਸਵੀ ਦੇ ਵਿੱਚ, ਜਦੋਂ ਪੰਜਾਬ ਆਪਣਾ ਅਨੈਕਸ ਕੀਤਾ ਗਿਆ ਅੰਗਰੇਜ਼ਾਂ ਦੁਆਰਾ। ਤਾਂ ਉਸ ਟਾਈਮ 'ਤੇ ਜਿਹੜਾ ਗਵਰਨਰ ਜਨਰਲ ਸੀ ਉਹ ਸੀ ਆਪਣਾ ਲਾਰਡ ਡਲਹੌਜ਼ੀ, ਠੀਕ ਹੈ ਜੀ। ਅਤੇ ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਇਹ ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਬਣ ਜਾਂਦੇ ਨੇ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ, ਲਾਰਡ ਕੈਨਿੰਗ, ਠੀਕ ਹੈ ਜੀ। ਤਾਂ 1857 ਈਸਵੀ ਦਾ ਵਿਦਰੋਹ ਹੋਇਆ ਜਿਹੜਾ, ਉਸ ਟਾਈਮ 'ਤੇ ਇਹ ਮਤਲਬ ਗਵਰਨਰ ਜਨਰਲ ਸੀ ਜਿਹੜਾ ਲਾਰਡ ਕੈਨਿੰਗ ਸੀ। 1857 ਈਸਵੀ ਦੇ ਵਿਦਰੋਹ ਦੇ ਵੇਲੇ ਇਹ ਗਵਰਨਰ ਜਨਰਲ ਸੀ। ਇਹ ਪੁੱਛਿਆ ਜਾਂਦਾ ਬਹੁਤ ਵਾਰ ਕਿ 1857 ਈਸਵੀ ਦੇ ਵਿਦਰੋਹ ਦੇ ਟਾਈਮ ਗਵਰਨਰ ਜਨਰਲ ਦਾ ਨਾਮ ਦੱਸੋ ਕੌਣ ਸੀ? ਤਾਂ ਉਹ ਸੀਗਾ ਲਾਰਡ ਕੈਨਿੰਗ। ਇਸ ਤੋਂ ਬਾਅਦ 1858 ਈਸਵੀ ਦੇ ਵਿੱਚ ਆਪਣੇ 'ਤੇ ਕਰਾਊਨ ਰੂਲ ਦਾ ਰਾਜ ਹੋ ਗਿਆ, ਜਾਣੀ ਕਿ ਅੰਗਰੇਜ਼ਾਂ ਨੇ ਡਾਇਰੈਕਟ ਆਪਣੇ 'ਤੇ ਰਾਜ, ਜਿਹੜੀ ਮਤਲਬ ਕੁਈਨ ਐਲਿਜ਼ਾਬੈਥ ਸੀ, ਤਾਂ ਉਹਦੇ ਦੁਆਰਾ ਇਹ ਡੈਕਲੇਰੇਸ਼ਨ ਪਾਸ ਕਰ ਦਿੱਤਾ ਗਿਆ ਕਿ ਇਸ ਤੋਂ ਬਾਅਦ ਜਿਹੜਾ ਅੰਗਰੇਜ਼ ਤੁਹਾਡੇ 'ਤੇ ਡਾਇਰੈਕਟ ਰਾਜ ਕਰਨਗੇ। ਈਸਟ ਇੰਡੀਆ ਕੰਪਨੀ ਦਾ ਇੱਥੇ ਖਾਤਮਾ ਕਰ ਦਿੱਤਾ ਗਿਆ ਸੀ। ਤਾਂ 1858 ਈਸਵੀ ਦੇ ਵਿੱਚ ਜਿਹੜਾ ਆਪਣਾ ਪਹਿਲਾ ਵਾਇਸਰਾਏ, ਕਿਉਂਕਿ 1858 ਦੇ ਵਿੱਚ ਜਿਹੜਾ ਗੁੱਡ ਗਵਰਨੈਂਸ ਐਕਟ ਆਇਆ ਸੀ,
ਉਹਦੇ ਵਿੱਚ ਜਿਹੜੀ ਗਵਰਨਰ ਜਨਰਲ ਦੀ ਉਪਾਧੀ ਸੀ ਉਹਨੂੰ ਚੇਂਜ ਕਰਕੇ ਵਾਇਸਰਾਏ ਦੀ ਉਪਾਧੀ ਬਣਾ ਦਿੱਤਾ ਗਿਆ ਸੀ। ਤਾਂ ਆਪਣਾ ਜਿਹੜਾ ਲਾਸਟ ਗਵਰਨਰ ਜਨਰਲ ਤੇ ਪਹਿਲਾ ਵਾਇਸਰਾਏ ਉਹ ਕੌਣ ਸੀ? ਉਹ ਸੀਗਾ ਲਾਰਡ ਕੈਨਿੰਗ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ ਇਹ, ਤਾਂ ਤੁਹਾਨੂੰ ਪੁੱਛਿਆ ਜਾਊਗਾ। ਆਨਸਰ ਨੰਬਰ 1। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦਾ ਦੂਜੇ ਨੰਬਰ ਦਾ ਛੋਟਾ ਰਾਜ ਕਿਹੜਾ ਹੈ? ਵਿਚ ਇਜ਼ ਦੀ ਸੈਕਿੰਡ ਸਮਾਲੈਸਟ ਸਟੇਟ ਇਨ ਇੰਡੀਆ। ਤਾਂ ਇਹ ਤੁਸੀਂ ਯਾਦ ਰੱਖਿਓ ਕਿ ਤੁਹਾਨੂੰ ਜ਼ਿਆਦਾ ਸਿੰਪਲ ਕੁਐਸਚਨ ਨਹੀਂ ਪੁੱਛੇ ਜਾਣਗੇ, ਕਿਉਂਕਿ ਹੁਣ ਮਤਲਬ ਜਿਹੜਾ ਕੰਪੀਟੀਸ਼ਨ ਦਾ ਯੁੱਗ ਹੈ ਉਹ ਬਹੁਤ ਵੱਧ ਗਿਆ, ਤਾਂ ਕਰਕੇ ਤੁਹਾਨੂੰ ਪਹਿਲੇ ਨੰਬਰ ਦਾ ਤਾਂ ਹਰ ਇੱਕ ਨੂੰ ਹੀ ਪਤਾ ਹੁੰਦਾ, ਤਾਂ ਇਹ ਸੈਕਿੰਡ ਥਰਡ ਨੰਬਰ ਦਾ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਸੈਕਿੰਡ ਸਮਾਲੈਸਟ ਸਟੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਇੰਡੀਆ ਦਾ, ਕਿਉਂਕਿ ਆਪਾਂ ਇਹ ਨਹੀਂ ਪੜ੍ਹਦੇ, ਆਪਾਂ ਸਿਰਫ ਫਸਟ ਪੜ੍ਹਦੇ ਹਾਂ ਕਿ ਭਾਰਤ ਦਾ ਪਹਿਲਾ ਛੋਟਾ ਰਾਜ ਕਿਹੜਾ, ਤਾਂ ਉਹ ਆਪਾਂ ਜਾਣਦੇ ਹਾਂ ਕਿ ਕਿਹੜਾ ਹੈਗਾ ਉਹ ਹੈ ਆਪਣਾ ਗੋਆ। ਗੋਆ ਆਪਣਾ ਫਸਟ ਜਿਹੜਾ ਸਟੇਟ ਹੈ, ਉਹ ਸਭ ਤੋਂ ਛੋਟਾ ਰਾਜ ਹੈ ਆਪਣਾ ਗੋਆ ਇੰਡੀਆ ਦਾ। ਤਾਂ ਦੂਸਰੇ ਨੰਬਰ ਦਾ ਜਿਹੜਾ ਰਾਜ ਹੈ ਉਹ ਹੈ ਆਪਣਾ ਤ੍ਰਿਪੁਰਾ। ਇਹ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ, ਠੀਕ ਹੈ ਜੀ, ਸਟੈਟਿਕ ਜੀਕੇ ਦਾ ਕੁਐਸਚਨ ਹੈ। ਤਾਂ ਭਾਰਤ ਦਾ ਦੂਜੇ ਨੰਬਰ ਦਾ ਛੋਟਾ ਜਿਹੜਾ ਰਾਜ ਹੈ ਉਹ ਹੈ ਆਪਣਾ ਤ੍ਰਿਪੁਰਾ, ਠੀਕ ਹੈ ਜੀ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤੀਸਰਾ ਜਿਹੜਾ ਆਪਣਾ ਆਪਸ਼ਨ ਹੈ ਰਾਜਸਥਾਨ, ਇਹ ਆਪਣਾ ਸਭ ਤੋਂ ਵੱਡਾ ਰਾਜ ਹੈ ਏਰੀਆ ਵਾਈਜ਼, ਠੀਕ ਹੈ ਜੀ। ਤਾਂ ਏਰੀਆ ਵਾਈਜ਼ ਜਿਹੜਾ ਸਭ ਤੋਂ ਵੱਡਾ ਰਾਜ ਹੈ ਆਪਣਾ ਸਟੇਟ ਹੈਗਾ ਉਹ ਆਪਣਾ ਰਾਜਸਥਾਨ, ਅਤੇ ਇਸ ਤੋਂ ਬਾਅਦ ਆਉਂਦਾ ਆਪਣਾ ਮੱਧ ਪ੍ਰਦੇਸ਼, ਅਤੇ ਥਰਡ ਨੰਬਰ 'ਤੇ ਆਉਂਦਾ ਆਪਣਾ ਮਹਾਰਾਸ਼ਟਰ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਿਓ, ਪਹਿਲੇ ਨੰਬਰ 'ਤੇ ਰਾਜਸਥਾਨ ਸਭ ਤੋਂ ਵੱਡਾ ਏਰੀਆ ਵਾਈਜ਼, ਦੂਸਰੇ ਨੰਬਰ 'ਤੇ ਆਉਂਦਾ ਆਪਣਾ ਮੱਧ ਪ੍ਰਦੇਸ਼ ਏਰੀਆ ਵਾਈਜ਼, ਠੀਕ ਹੈ ਜੀ। ਤਾਂ ਤੀਜੇ ਨੰਬਰ 'ਤੇ ਆਉਂਦਾ ਆਪਣਾ ਮਹਾਰਾਸ਼ਟਰ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਜਿਹੜਾ ਫੈਕਟ ਹੈ ਤੁਹਾਡੇ ਲਈ, ਤੁਹਾਨੂੰ ਪੁੱਛਿਆ ਜਾਊਗਾ। ਇਹਦੇ ਵਿੱਚ ਆਪਾਂ ਤੁਹਾਡਾ ਛੋਟੇ ਆਪਣੇ ਰਾਜ ਵੀ ਆਪਣੇ ਛੋਟੇ ਵੀ ਸਟੇਟ ਕਵਰ ਹੋ ਗਏ। ਸਭ ਤੋਂ ਪਹਿਲਾਂ ਗੋਆ ਅਤੇ ਦੂਸਰਾ ਆਪਣਾ ਤ੍ਰਿਪੁਰਾ, ਅਤੇ ਇਸ ਤੋਂ ਬਾਅਦ ਆਪਣੇ ਜਿਹੜੇ 3 ਵੱਡੇ ਰਾਜ ਨੇ ਉਹ ਵੀ ਆਪਣੇ ਕਵਰ ਹੋ ਗਏ, ਠੀਕ ਹੈ ਜੀ। ਇਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰਦੇ ਜਾਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵੇਦਾਂ ਵਿੱਚ ਕਿਸ ਪਰਮਾਤਮਾ ਦਾ ਨਾਮ ਸਭ ਤੋਂ ਵੱਧ ਵਾਰ ਆਉਂਦਾ ਹੈ? ਵਿਚ ਗੋਡਸ ਨੇਮ ਇਜ਼ ਰਿਟਨ ਇਨ ਮੈਕਸੀਮਮ ਇਨ ਵੇਦਾਸ। ਤਾਂ ਜਦੋਂ ਆਪਾਂ ਵੇਦ ਪੜ੍ਹਦੇ ਹਾਂ, ਆਪਣੇ ਕਿੰਨੇ ਵੇਦ ਨੇ? ਆਪਣੇ ਟੋਟਲ 4 ਵੇਦ ਨੇ, ਠੀਕ ਹੈ ਜੀ। ਪਹਿਲਾ ਹੈਗਾ ਆਪਣਾ ਰਿਗਵੇਦ, ਜਿਹੜਾ ਸਭ ਤੋਂ ਪੁਰਾਣਾ ਵੇਦ ਹੈ, ਰਿਗਵੇਦ ਹੈ ਆਪਣਾ, ਠੀਕ ਹੈ ਜੀ। ਇਸ ਤੋਂ ਬਾਅਦ ਆਉਂਦਾ ਆਪਣਾ ਯਜੁਰਵੇਦ, ਇਸ ਤੋਂ ਬਾਅਦ ਤੀਸਰਾ ਆਉਂਦਾ ਆਪਣਾ ਸਾਮਵੇਦ, ਇਹ ਵੀ ਤੁਸੀਂ ਨਾਲ ਨਾਲ ਲਿਖਦੇ ਜਾਓ, ਅਤੇ ਲਾਸਟ ਆਉਂਦਾ ਆਪਣਾ ਅਥਰਵਵੇਦ। ਅਥਰਵਵੇਦ, ਠੀਕ ਹੈ ਜੀ। ਇਹਨੂੰ ਅਰਥਵੇਦ ਨਹੀਂ ਪੜ੍ਹਨਾ, ਇਹ ਅਥਰਵਵੇਦ ਹੈ, ਠੀਕ ਹੈ ਜੀ। ਜਿਹੜਾ ਆਪਣਾ ਰਿਗਵੇਦ ਹੈ ਇਹਦੇ ਵਿੱਚ ਆਪਣੇ ਮਤਲਬ ਜਿਹੜੇ ਆਪਣੇ ਧਾਰਮਿਕ ਰਿਚੁਅਲਸ ਹੁੰਦੇ ਨੇ, ਇਹਦੇ ਵਿੱਚ ਪੋਇਟਰੀ ਦੀ ਫੋਰਮ ਦੇ ਵਿੱਚ ਇਹ ਲਿਖਿਆ ਹੋਇਆ। ਤਾਂ ਇਹਦੇ ਵਿੱਚ ਅਲੱਗ-ਅਲੱਗ ਪਰਮਾਤਮਾ ਦੀ ਜਿਹੜੀ ਉਹ ਪ੍ਰਸ਼ੰਸਾ ਕੀਤੀ ਗਈ ਹੈ। ਜਿਹੜਾ ਆਪਣਾ ਸਾਮਵੇਦ ਹੈ, ਸਾਮਵੇਦ ਨੂੰ ਯਾਦ ਕਰਨ ਦਾ ਕੀ ਤਰੀਕਾ ਹੈ? ਇਹਦਾ ਜਿਹੜਾ ਪਹਿਲਾ ਵਰਡ ਹੈ ਉਹ ਹੈ ਸਾ, ਠੀਕ ਹੈ ਜੀ, ਸਾਰੇ ਗਾਮਾ। ਤਾਂ ਸਾਰੇ ਗਾਮਾ ਪਾ ਮਤਲਬ ਉਹ ਸੰਗੀਤ ਦੇ ਵਿੱਚ ਹੁੰਦਾ। ਤਾਂ ਜਿਹੜਾ ਇਹ ਵੇਦ ਹੈ ਇਹ ਸੰਗੀਤ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ। ਜਿਹੜਾ ਆਪਣਾ ਯਜੁਰਵੇਦ ਹੈ, ਇਹਦੇ ਜਿਹੜੇ ਪਹਿਲੇ ਅੱਖਰ ਨੇ ਉਹ ਨੇ ਯਜ, ਯਜ ਮਤਲਬ ਯੱਗ, ਠੀਕ ਹੈ ਜੀ। ਜਿਹੜੇ ਆਪਣੇ ਯੱਗ ਹੁੰਦੇ ਸੀ, ਹਵਨ ਹੁੰਦੇ ਸੀ ਪੰਡਤਾਂ ਦੁਆਰਾ, ਠੀਕ ਹੈ ਜੀ। ਤਾਂ ਉਹ ਇਹਦੇ ਵਿੱਚ ਯੱਗਾਂ ਬਾਰੇ ਮਤਲਬ ਉਹ ਇਹਦੇ ਬਾਰੇ ਨੌਲੇਜ ਦਿੱਤੀ ਗਈ ਹੈ। ਤਾਂ ਜਿਹੜਾ ਆਪਣਾ ਲਾਸਟ ਹੈ ਉਹ ਹੈ ਅਥਰਵ। ਅਥਰਵ ਇੱਕ ਨੈਗੇਟਿਵ ਸੈਂਸ ਦਿੰਦਾ ਆਪਾਂ ਨੂੰ, ਮਤਲਬ ਜਾਦੂ ਟੂਣਾ, ਕਾਲਾ ਜਾਦੂ, ਠੀਕ ਹੈ ਜੀ। ਤਾਂ ਜਿਹੜਾ ਇਹ ਸਾਰਾ ਕਾਲਾ ਜਾਦੂ, ਜਾਦੂ ਟੂਣਾ ਜਿਹੜਾ ਸੰਬੰਧਿਤ ਹੈ ਉਹ ਅਥਰਵਵੇਦ ਦੇ ਵਿੱਚ ਆਉਂਦਾ, ਠੀਕ ਹੈ ਜੀ। ਤਾਂ ਇਹ ਤੁਸੀਂ 4 ਵੇਦ ਹੋ ਗਏ, ਅਤੇ ਇਹਦੇ ਵਿੱਚ ਕੀ ਲਿਖਿਆ ਹੈ ਉਹ ਵੀ ਮੈਂ ਤੁਹਾਡਾ ਕਵਰ ਕਰਵਾ ਦਿੱਤਾ। ਤਾਂ ਇਹਦੇ ਵਿੱਚ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜੇ ਪਰਮਾਤਮਾ ਦਾ ਨਾਮ ਸਭ ਤੋਂ ਵੱਧ ਆਉਂਦਾ, ਤਾਂ ਉਹ ਆਊਗਾ ਆਨਸਰ ਨੰਬਰ 2, ਇੰਦਰਾ, ਠੀਕ ਹੈ ਜੀ। ਤਾਂ ਇੰਦਰ ਦੇਵਤੇ ਦਾ ਸਭ ਤੋਂ ਵੱਧ ਜ਼ਿਕਰ ਆਉਂਦਾ, ਤਾਂ ਆਨਸਰ ਨੰਬਰ 2 ਆਊਗਾ। ਇਹ ਯਾਦ ਰੱਖਿਓ, ਬਹੁਤ ਵਾਰ ਕੁਐਸਚਨ ਇਹ ਪੁੱਛਿਆ ਗਿਆ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਨੈਸ਼ਨਲ ਡਿਫੈਂਸ ਕਾਲਜ ਕਿਹੜੇ ਸ਼ਹਿਰ ਵਿੱਚ ਸਥਿਤ ਹੈ? ਨੈਸ਼ਨਲ ਡਿਫੈਂਸ ਕਾਲਜ ਇਜ਼ ਸਿਚੁਏਟਡ ਇਨ ਵਿਚ ਸਿਟੀ? ਦੇਹਰਾਦੂਨ, ਦਿੱਲੀ, ਮਹਾਰਾਸ਼ਟਰ ਜਾਂ ਰਾਜਸਥਾਨ? ਤਾਂ ਇਹ ਜਿਹੜੇ ਕਾਲਜ ਹੈ ਮਤਲਬ ਜਿਹੜੇ ਆਪਣੇ ਆਰਮੀ, ਨੇਵੀ, ਏਅਰ ਫੋਰਸ ਦੇ ਨਾਲ ਸੰਬੰਧਿਤ ਨੇ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਬਹੁਤ ਇੰਪੋਰਟੈਂਟ ਇਹ ਪੁੱਛਿਆ ਜਾਊ ਤੁਹਾਨੂੰ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਦਿੱਲੀ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਜਿਹੜਾ ਆਪਣਾ ਡਿਫੈਂਸ ਕਾਲਜ ਹੈ, ਨੈਸ਼ਨਲ ਡਿਫੈਂਸ ਕਾਲਜ, ਤਾਂ ਇਹ ਦਿੱਲੀ ਦੇ ਵਿੱਚ ਹੈ, ਆਨਸਰ ਨੰਬਰ 2 ਆਊਗਾ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਭਾਰਤੀ ਫੌਜੀ ਅਕਾਦਮੀ ਕਿਹੜੇ ਸ਼ਹਿਰ ਵਿੱਚ ਸਥਿਤ ਹੈ? ਇੰਡੀਅਨ ਮਿਲਟਰੀ ਅਕੈਡਮੀ ਇਜ਼ ਸਿਚੁਏਟਡ ਇਨ ਵਿਚ ਸਿਟੀ? ਤਾਂ ਇਹ ਵੀ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ, ਪੁੱਛਿਆ ਜਾਊ ਤੁਹਾਨੂੰ। ਦੇਹਰਾਦੂਨ, ਦਿੱਲੀ, ਮਹਾਰਾਸ਼ਟਰ ਜਾਂ ਰਾਜਸਥਾਨ? ਤਾਂ ਇੰਡੀਅਨ ਮਿਲਟਰੀ ਅਕੈਡਮੀ, ਤਾਂ ਇਹ ਜਿਹੜੀਆਂ ਸੰਸਥਾਵਾਂ ਨੇ ਬਹੁਤ ਇੰਪੋਰਟੈਂਟ ਨੇ ਆਪਣੇ ਲਈ, ਇਹ ਤੁਹਾਨੂੰ ਪਤਾ ਹੋਣੀ ਚਾਹੀਦੀਆਂ, ਠੀਕ ਹੈ ਜੀ। ਤਾਂ ਜਿਹੜਾ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਡਿਫੈਂਸ ਕਾਲਜ, ਉਹ ਤਾਂ ਹੈਗਾ ਆਪਣਾ ਦਿੱਲੀ ਦੇ ਵਿੱਚ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 1 ਆਊਗਾ, ਠੀਕ ਹੈ ਜੀ। ਤਾਂ ਦੇਹਰਾਦੂਨ ਦੇ ਵਿੱਚ ਹੈ ਇਹ ਜਿਹੜੀ ਆਪਣੀ ਇੰਡੀਅਨ ਮਿਲਟਰੀ ਅਕੈਡਮੀ ਹੈ, ਇਹ ਆਪਣੀ ਦੇਹਰਾਦੂਨ ਦੇ ਵਿੱਚ ਹੈ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ। ਤਾਂ ਆਨਸਰ ਨੰਬਰ 1 ਆਊਗਾ, ਦੇਹਰਾਦੂਨ ਦੇ ਵਿੱਚ ਆਪਣੀ ਇੰਡੀਅਨ ਮਿਲਟਰੀ ਅਕੈਡਮੀ।
ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ ਨੇਵੀ ਅਕੈਡਮੀ ਕਿਹੜੇ ਸ਼ਹਿਰ ਵਿੱਚ ਸਥਿਤ ਹੈ? ਇੰਡੀਅਨ ਨੈਵਲ ਅਕੈਡਮੀ ਇਜ਼ ਸਿਟੂਏਟਡ ਇਨ ਵਿਚ ਸਿਟੀ? ਦੇਹਰਾਦੂਨ, ਦਿੱਲੀ, ਮਹਾਰਾਸ਼ਟਰ ਜਾਂ ਕੇਰਲਾ? ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਆਪਣਾ ਮਿਲਟਰੀ ਹੋ ਗਈ, ਠੀਕ ਹੈ ਜੀ, 에ਅਰ ਫੋਰਸ ਹੋ ਗਈ, ਨੇਵੀ ਹੋ ਗਈ, ਤਾਂ ਇਹ ਤਿੰਨਾਂ ਮਤਲਬ ਜਿਹੜੇ ਆਪਣੇ ਆਰਮਡ ਫੋਰਸਿਸ ਨੇ, ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਨੈਵਲ ਅਕੈਡਮੀ ਹੈ ਇਹ ਆਪਣੀ ਕੇਰਲਾ ਦੇ ਵਿੱਚ। ਕੇਰਲਾ ਇਹਨੂੰ ਯਾਦ ਕਰਨ ਦਾ ਤਰੀਕਾ ਕਿਉਂਕਿ ਕੇਰਲਾ ਦੇ ਨਾਲ ਸਮੁੰਦਰ ਲੱਗਦਾ, ਠੀਕ ਹੈ ਜੀ। ਤਾਂ ਸਮੁੰਦਰ ਮਤਲਬ ਜ਼ਿਆਦਾ ਆਪਾਂ ਦੇਖਦੇ ਹਾਂ ਕਿ ਕੇਰਲਾ ਦੇ ਵਿੱਚ ਆਪਾਂ ਜਦੋਂ ਆਪਾਂ ਕੇਰਲਾ ਬਾਰੇ ਸੁਣਦੇ ਹਾਂ ਜਾਂ ਕੇਰਲਾ ਦਾ ਆਪਾਂ ਨਾਮ ਲੈਂਦੇ ਹਾਂ ਤਾਂ ਆਪਣੇ ਮਾਈਂਡ ਦੇ ਵਿੱਚ ਉਹ ਸਮੁੰਦਰੀ ਜਹਾਜ਼ ਜਾਂ ਉਹ ਮਤਲਬ ਸ਼ਿਪ ਵਗੈਰਾ ਆਉਂਦੀਆਂ ਨੇ। ਤਾਂ ਕੇਰਲਾ ਦੇ ਵਿੱਚ ਆਪਣੀ ਇੰਡੀਅਨ ਨੈਵਲ ਅਕੈਡਮੀ, ਇੰਡੀਅਨ ਨੇਵੀ ਅਕੈਡਮੀ ਜਿਹੜੀ ਉਹ ਕੇਰਲਾ ਦੇ ਵਿੱਚ ਹੈ, ਕੋਚੀ ਦੇ ਵਿੱਚ, ਠੀਕ ਹੈ ਜੀ। ਤਾਂ ਆਨਸਰ ਨੰਬਰ 4 ਆਊਗਾ ਇਹਦਾ। ਤਾਂ ਨੀਚੇ ਵੀ ਮੈਂ ਮੈਂਸ਼ਨ ਕੀਤਾ ਕੋਚੀ ਦੇ ਵਿੱਚ ਹੈ ਇਹ ਤੁਸੀਂ ਯਾਦ ਰੱਖਿਓ। ਤਾਂ ਇੰਡੀਅਨ ਨੈਵਲ ਅਕੈਡਮੀ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪੁੱਛਿਆ ਜਾਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤੀ 에ਅਰ ਫੋਰਸ ਅਕਾਦਮੀ ਕਿਹੜੇ ਸ਼ਹਿਰ ਵਿੱਚ ਸਥਿਤ ਹੈ? ਇੰਡੀਅਨ 에ਅਰ ਫੋਰਸ ਅਕੈਡਮੀ ਇਜ਼ ਸਿਟੂਏਟਡ ਇਨ ਵਿਚ ਸਿਟੀ? ਤਾਂ ਇਹ ਤੁਹਾਡੇ ਤਿੰਨੋਂ ਮੈਂ ਆਰਮਡ ਫੋਰਸ ਆ ਜਿਹੜੀਆਂ ਉਹ ਇੱਕੋ ਸੈਸ਼ਨ ਦੇ ਵਿੱਚ ਮੈਂ ਤੁਹਾਡੀਆਂ ਕਵਰ ਕਰਵਾ ਦਿੱਤੀਆਂ ਨੇ। ਇੱਥੋਂ ਕੁਐਸਚਨ ਬਣਨ ਦੇ 99% ਜਿਹੜੇ ਚਾਂਸਸ ਹੈ ਉਹ ਬਣ ਜਾਂਦੇ ਨੇ, ਠੀਕ ਹੈ ਜੀ। ਤਾਂ ਕਰਕੇ ਇਹ ਕੁਐਸਚਨ ਤੁਸੀਂ ਇਹਨੂੰ ਇਗਨੋਰ ਨਾ ਕਰਿਓ, ਇੱਕ ਵੀ ਸੈਸ਼ਨ ਆਪਣਾ ਇਗਨੋਰ ਨਾ ਕਰਿਓ। ਜਿੰਨੇ ਵੀ ਸੈਸ਼ਨ ਆਪਣੇ ਅਪਲੋਡ ਹੋਏ ਨੇ ਉਹਦੇ ਵਿੱਚ ਇੱਕ ਇੱਕ ਪ੍ਰਸ਼ਨ ਹੈ ਜਿਹੜਾ ਉਹ ਤੁਹਾਡੇ ਲਈ ਉਹ ਬਹੁਤ ਕੀਮਤੀ ਹੈ, ਠੀਕ ਹੈ ਜੀ। ਤਾਂ ਇਹਨਾਂ ਨੂੰ ਨੋਟ ਕਰਦੇ ਜਾਇਓ, ਜਿੰਨੇ ਵੀ ਮੈਂ ਫੈਕਟ ਕਲੀਅਰ ਕਰਵਾਏ ਨੇ ਉਹ ਵੀ ਤੁਸੀਂ ਨੋਟ ਕਰਦੇ ਜਾਇਓ, ਤੁਹਾਨੂੰ ਬਹੁਤ ਫਾਇਦਾ ਦੇਣਗੇ, ਠੀਕ ਹੈ ਜੀ। ਤਾਂ ਜਿਹੜੀ ਆਪਣੀ 에ਅਰ ਫੋਰਸ ਅਕੈਡਮੀ ਹੈ ਇਹ ਆਪਣੀ ਹੈਦਰਾਬਾਦ ਦੇ ਵਿੱਚ, ਆਨਸਰ ਨੰਬਰ 1 ਆਊਗਾ। ਜਿਹੜੀ 에ਅਰ ਫੋਰਸ ਅਕੈਡਮੀ ਹੈ ਕਿੱਥੇ? ਆਪਣੀ ਹੈਦਰਾਬਾਦ ਦੇ ਵਿੱਚ। ਤਾਂ ਇਹ ਬਹੁਤ ਇੰਪੋਰਟੈਂਟ ਹੈ। ਤਾਂ ਇੱਕ ਵੀ ਕੁਐਸਚਨ ਆਪਾਂ ਤੁਹਾਡੇ ਲਈ ਫਾਲਤੂ ਨਹੀਂ ਲੈ ਕੇ ਆਉਂਦੇ ਜਿਹਦੇ ਨਾਲ ਤੁਹਾਡਾ ਜਿਹੜਾ ਟਾਈਮ ਹੈ ਉਹ ਵੇਸਟ ਹੋਵੇ। ਇੱਕ ਇੱਕ ਕੁਐਸਚਨ ਆਪਾਂ ਪੂਰਾ ਸਿਲੈਕਟਡ ਕੁਐਸਚਨ ਤੁਹਾਡੇ ਸੈਸ਼ਨ ਦੇ ਵਿੱਚ ਆਪਾਂ ਰੱਖਦੇ ਹਾਂ ਤਾਂ ਕਿ ਤੁਹਾਡੀ ਤਿਆਰੀ ਹੈ ਜਿਹੜੀ ਉਹ ਬਹੁਤ ਬੈਟਰ ਤਰੀਕੇ ਨਾਲ ਹੋ ਸਕੇ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਨੈਸ਼ਨਲ ਡੇਅਰੀ ਖੋਜ ਸੰਸਥਾ ਕਿੱਥੇ ਸਥਿਤ ਹੈ? ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਸਿਟੂਏਟਡ ਇਨ? ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਪੇਪਰਾਂ ਦੇ ਵਿੱਚ, ਤੁਸੀਂ ਚੈੱਕ ਵੀ ਇਹਨੂੰ ਕਰ ਸਕਦੇ ਹੋ, ਠੀਕ ਹੈ ਜੀ। ਨੈਸ਼ਨਲ ਡੇਅਰੀ ਖੋਜ ਸੰਸਥਾ ਮਤਲਬ ਰੀਸੈਂਟਲੀ ਇਹ ਪੰਜਾਬ ਦੇ ਪੇਪਰਾਂ ਦੇ ਵਿੱਚ ਵੀ ਆਇਆ ਹੋਇਆ ਕੁਐਸਚਨ ਹੈ। ਤਾਂ ਇਹ ਜਿਹੜੀ ਸੰਸਥਾ ਹੈ ਉਹ ਕਿੱਥੇ ਸਥਿਤ ਹੈ? ਤੁਹਾਨੂੰ ਪਤਾ ਹੋਣਾ ਚਾਹੀਦਾ। ਨਿਊ ਦਿੱਲੀ, ਹਿਸਾਰ, ਕਰਨਾਲ ਜਾਂ ਪਾਣੀਪਤ? ਤਾਂ ਆਪਸ਼ਨ ਵੀ ਉਹ ਤੁਹਾਨੂੰ ਇਹੋ ਜਿਹੇ ਹਿਸਾਬ ਨਾਲ ਸੈੱਟ ਕਰਦਾ ਕਿ ਤੁਸੀਂ ਬਿਲਕੁਲ ਕਨਫਿਊਜ਼ ਹੋ ਜਾਂਦੇ ਹੋ, ਠੀਕ ਹੈ ਜੀ। ਤਾਂ ਕਰਕੇ ਤੁਹਾਨੂੰ ਐਗਜ਼ੈਕਟ ਪਤਾ ਹੋਣਾ ਚਾਹੀਦਾ ਕਿ ਇਹ ਸੰਸਥਾ ਜਿਹੜੀ ਉਹ ਕਿੱਥੇ ਹੈ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 3 ਆਊਗਾ। ਕਰਨਾਲ ਦੇ ਵਿੱਚ ਹੈ ਇਹ, ਹਰਿਆਣਾ ਦੇ ਵਿੱਚ, ਠੀਕ ਹੈ ਜੀ। ਤਾਂ ਆਨਸਰ ਨੰਬਰ 3 ਆਊ, ਕਰਨਾਲ, ਹਰਿਆਣਾ। ਤਾਂ ਇੱਥੇ ਜਿਹੜੀ ਆਪਣੀ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਹੈ ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੰਗਲ ਗ੍ਰਹਿ ਦੇ ਕਿੰਨੇ ਕੁਦਰਤੀ ਉਪਗ੍ਰਹਿ ਹਨ? ਹਾਊ ਮੈਨੀ ਨੈਚੁਰਲ ਸੈਟੇਲਾਈਟ ਆਰ ਦੇਅਰ ਔਨ ਮਾਰਸ? ਠੀਕ ਹੈ ਜੀ, ਜਿਹਨੂੰ ਆਪਾਂ ਰੈੱਡ ਪਲੈਨਟ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਮਾਰਸ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਇਹਦੇ ਕਿੰਨੇ ਕੁਦਰਤੀ ਉਪਗ੍ਰਹਿ ਨੇ? ਇਹਦੇ ਮੂਨਸ ਜਿਹਨੂੰ ਆਪਾਂ ਕਈ ਵਾਰੀ ਸੈਟੇਲਾਈਟ ਦੀ ਜਗ੍ਹਾ 'ਤੇ ਨਾ ਸ਼ਬਦ ਤੁਹਾਨੂੰ ਆ ਜਾਂਦਾ ਮੂਨਸ, ਤਾਂ ਉੱਥੇ ਘਬਰਾਇਓ ਨਾ, ਮੂਨਸ ਮਤਲਬ ਸੈਟੇਲਾਈਟ ਹੀ ਹੁੰਦਾ ਇਹਦਾ ਮਤਲਬ, ਠੀਕ ਹੈ ਜੀ। ਤਾਂ ਇਹਦੇ ਕਿੰਨੇ ਮੂਨਸ ਨੇ ਇਹ ਵੀ ਪੁੱਛਿਆ ਜਾ ਸਕਦਾ। ਤਾਂ ਜਿਹੜਾ ਆਪਣਾ ਪੂਰਾ ਸੋਲਰ ਸਿਸਟਮ ਹੈ ਉਹਦੀ ਸਭ ਤੋਂ ਵੱਡੀ ਜਿਹੜੀ ਸੈਟੇਲਾਈਟ ਹੈ ਉਹਦਾ ਨਾਮ ਹੈ ਗੈਨੀਮੇਡ, ਠੀਕ ਹੈ ਜੀ। ਗੈਨੀਮੇਡ, ਇਹ ਯਾਦ ਰੱਖਿਓ, ਇਹ ਬਹੁਤ ਵਾਰ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਜਾਂਦਾ। ਗੈਨੀਮੇਡ, ਹੁਣ ਇਹ ਤੁਹਾਨੂੰ ਇਹ ਪੁੱਛਿਆ ਜਾਊ ਕਿ ਗੈਨੀਮੇਡ ਸੈਟੇਲਾਈਟ ਕਿਹੜੇ ਗ੍ਰਹਿ ਦੀ ਹੈ? ਤਾਂ ਇਹ ਆਪਣੀ ਜੂਪੀਟਰ ਦੀ। ਜੂਪੀਟਰ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਬ੍ਰਹਿਸਪਤੀ, ਠੀਕ ਹੈ ਜੀ। ਸਭ ਤੋਂ ਵੱਡਾ ਗ੍ਰਹਿ ਹੈ ਆਪਣੇ ਪੂਰੇ ਸੋਲਰ ਸਿਸਟਮ ਦਾ। ਤਾਂ ਜੂਪੀਟਰ ਦੀ ਇਹ ਸੈਟੇਲਾਈਟ ਹੈ ਗੈਨੀਮੇਡ। ਤਾਂ ਇਹ ਪੂਰੇ ਸੋਲਰ ਸਿਸਟਮ ਦੀ ਸਭ ਤੋਂ ਵੱਡੀ ਸੈਟੇਲਾਈਟ ਹੈ, ਅਤੇ ਜੂਪੀਟਰ ਦੀ ਵੀ ਇਹ ਸਭ ਤੋਂ ਵੱਡੀ ਸੈਟੇਲਾਈਟ ਹੈ, ਇਹ ਯਾਦ ਰੱਖਿਓ, ਠੀਕ ਹੈ ਜੀ। ਗੈਨੀਮੇਡ ਇਹਦੇ ਬਾਰੇ ਕੁਐਸਚਨ ਆਉਂਦਾ ਹੁੰਦਾ। ਤਾਂ ਮਾਰਸ ਦੇ ਆਪਾਂ ਨੂੰ ਪੁੱਛਿਆ ਤਾਂ ਇਹਦਾ ਆਨਸਰ ਆਊਗਾ 2, ਠੀਕ ਹੈ ਜੀ। ਆਨਸਰ ਨੰਬਰ 1 ਆਊਗਾ ਇਹਦਾ। ਇਹਦੇ 2 ਉਪਗ੍ਰਹਿ ਨੇ, ਫੈਬੋਸ ਅਤੇ ਡੀਮੋਸ, ਠੀਕ ਹੈ ਜੀ। ਤਾਂ ਆਨਸਰ ਨੰਬਰ 1 ਆਊਗਾ। ਇਹ ਮੈਂ ਨੀਚੇ ਵੀ ਮੈਂਸ਼ਨ ਕੀਤਾ, ਫੋਬੋਸ ਅਤੇ ਡੀਮੋਸ। ਇਹਨਾਂ ਦੇ ਐਗਜ਼ੈਕਟ ਜਿਹੜੇ ਸਪੈਲਿੰਗ ਹੈ ਉਹ ਵੀ ਤੁਸੀਂ ਯਾਦ ਕਰ ਲਿਓ, ਤੁਹਾਨੂੰ ਪੁੱਛਿਆ ਜਾਊਗਾ ਇਹ। ਤਾਂ ਫੋਬੋਸ ਅਤੇ ਡੀਮੋਸ ਇਹ 2 ਇਹਦੇ ਉਪਗ੍ਰਹਿ ਨੇ ਆਪਣੇ ਮਾਰਸ ਦੇ ਨੈਚੁਰਲ ਸੈਟੇਲਾਈਟ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੀਕ ਆਫ ਅਫਰੀਕਨ ਕੰਟੀਨੈਂਟ? ਤਾਂ ਇਹੋ ਜਿਹੇ ਕੁਐਸਚਨ ਸਟੈਟਿਕ ਜੀਕੇ ਦੇ ਵਿੱਚ ਤੁਹਾਨੂੰ ਅਕਸਰ ਹੀ ਪੁੱਛ ਲਏ ਜਾਂਦੇ ਨੇ, ਅਤੇ ਉੱਥੇ ਫਿਰ ਤੁਸੀਂ ਘਬਰਾ ਜਾਂਦੇ ਹੋ ਕਿਉਂਕਿ ਤੁਸੀਂ ਆਪਣੀ ਸਟੈਟਿਕ ਕਵਰ ਕਰਕੇ ਨਹੀਂ ਜਾਂਦੇ। ਤਾਂ ਸਟੈਟਿਕ ਕਵਰ ਕਰਨਾ ਤੁਹਾਡਾ ਪਹਿਲਾ ਫਰਜ਼ ਬਣਦਾ ਕਿਸੇ ਵੀ ਪੇਪਰ ਦੀ, ਬੇਸ਼ੱਕ ਤੁਸੀਂ ਤਿਆਰੀ ਕਰ ਰਹੇ ਹੋ। ਤਾਂ ਆਪਣਾ 1 ਤੋਂ ਲੈ ਕੇ ਜਿਹੜੇ ਹੁਣ ਤੱਕ ਸੈਸ਼ਨ ਹੋਏ ਨੇ, ਇੱਕ ਵੀ ਸੈਸ਼ਨ ਤੁਸੀਂ ਮਿਸ ਨਾ ਕਰਿਓ, ਸਾਰੇ ਸੈਸ਼ਨਾਂ ਦੇ ਤੁਸੀਂ ਨੋਟਸ ਬਣਾ ਲਓ। ਤਾਂ ਜੇ ਤੁਸੀਂ ਇਹ ਕਵਰ ਕਰਕੇ ਜਾਓਗੇ ਤਾਂ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਮਾਰ ਨਹੀਂ ਖਾਓਗੇ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ
वन आऊगा। माउंट किलीमंजारो, ये याद रखियो, बहुत इंपॉर्टेंट है। माउंट किलीमंजारो अफ्रीका महाद्वीप की सब तो उच्ची चोटी है, ठीक है जी। तो यह है जी दोदा बेटा, ये अपनी नीलगिरी की है, ठीक है जी। जिथे ईस्टर्न घाट तो वैसटर्न घाट मिलदियां ने, तो नीलगिरी की सब तो उच्ची चोटी है दोदा बेटा, ठीक है जी। माउंट आबू बारे भी आप जानते हैं, ये अपनी अरावली रेंज के विच पैंदी है, राजस्थान के विच माउंट आबू सब तो उच्ची चोटी है, ये भी तुसीं याद रखियो। तो यदा आंसर आऊ ये आऊगा माउंट किलीमंजारो, ठीक है जी। तो आंसर नंबर 1 आऊगा। तो कित्थे पैंदी है ये चोटी, ये पैंदी है तंजानिया दे विच, ठीक है जी। ये शहर भी तुसीं याद रखियो, तंजानिया दे विच पैंदी है अफ्रीका दे विच, ठीक है जी। आंसर नंबर 1। अगला जो अपना क्वेश्चन है, अयोध्या शहर किहड़ी नदी के किनारे स्थित है। अयोध्या सिटी इज़ लोकेटेड ऑन द बैंक्स ऑफ विच रिवर। तो ये भी तुहानूं पूछा जाता है, क्योंकि नदियां बारे तुहानूं ज्ञान होना चाहिए, जिहड़े अपने इंडिया दे विच वहंदियां ने, ठीक है जी। तो सरयू, मूसी, यमुना या गोदावरी। जिहड़ी गोदावरी नदी है ये कित्थे बहंदी है, ये महाराष्ट्र दे विच बहंदी है। यमुना बारे आपां जाणदे हां, यमुना जिहड़ी अपना आगरा हैगा इत्थे बहंदी है, जिहड़ा अपना ताज महल है वो यमुना के किनारे है, ठीक है जी। वो तुहानूं पता होना चाहिए। मूसी जिहड़ी बहंदी है ये हैदराबाद दे विच बहंदी है। तो इहदा जिहड़ा आंसर आऊ, आंसर नंबर 1 आऊगा, सरयू। जिहड़ा अपना अयोध्या शहर है वो सरयू नदी के किनारे ते है, तो आंसर नंबर 1 आऊगा। अगला जो अपना क्वेश्चन है, लखनऊ शहर किहड़ी नदी के किनारे स्थित है। लखनऊ सिटी इज़ लोकेटेड ऑन दी बैंक्स ऑफ विच रिवर। तो ये पूछे जाते हैं क्वेश्चन, ता करके मैं वो क्वेश्चन नहीं लैके आना जो तुहानूं वार वार पूछे गए हैं। तो सरयू तो आप देख के आए कि अयोध्या, ठीक है जी। जी मूसी है ये हैदराबाद के विच है। तो यमुना जी आप देख के आए कि आगरा के विच बहंदी है। तो यदा जो आंसर आऊगा, आंसर नंबर 4 आऊगा, गोमती नदी, ठीक है जी। तो गोमती नदी के किनारे जो स्थित है अपना लखनऊ शहर, तो बहुत इंपॉर्टेंट है, आंसर नंबर 4 आऊगा। इनू नवाबां दा शहर कहा जाता लखनऊ नूं। अगला जो अपना क्वेश्चन है, उज्जैन शहर किहड़ी नदी के किनारे स्थित है। उज्जैन सिटी इज़ लोकेटेड ऑन दी बैंक्स ऑफ विच रिवर। शिप्रा, मूसी, यमुना या गोमती। तो हुण तां तुसीं इहदा आंसर ईजीली दे सकते हो, क्योंकि तिन्नां बारे तो आपां कई बार पढ़ लिया। मूसी हैदराबाद, यमुना आगरा, गोमती लखनऊ, तो जिहड़ी बची अपने कोल नदी वो बची है शिप्रा। तो उज्जैन शहर है जिहड़ा वो शिप्रा नदी के किनारे ते स्थित है। तो आंसर नंबर 1 आऊगा इहदा। अगला जो अपना क्वेश्चन है, लक्षद्वीप टापू कित्थे स्थित ने। लक्षद्वीप आइलैंड इज़ लोकेटेड इन अरेबियन सी, बे ऑफ बंगाल, श्रीलंका या बोथ 1 एंड 2। तो ये ऑप्शन देखो तुसीं किहड़े हिसाब नाल सैट कीते ने, ये तुहानूं बिल्कुल कन्फ्यूज़ करने के लिए ने। इत्थे आपां बहुत उलझदे हैं कि लक्षद्वीप एक आइलैंड, एक अपने अंडेमान ते निकोबार। इनू याद करने का तरीका की है, जिहड़ा अपना इंडिया है ये इंडिया की नीचे वाली साइड है, इधर अपना आ गया अरेबियन सी, ए फॉर अरेबियन सी, बी फॉर बे ऑफ बंगाल, ठीक है जी। तो जिहड़ा ये बी है, बी दे उल्ट तुसीं याद रखना। मान लो तुहानूं अंडेमान निकोबार आइलैंड पूछे, तो ये जिहड़ी अपनी बी है ये उल्ट अपना आऊगा ए। तो अरेबियन मतलब जिहड़े अंडेमान निकोबार के आइलैंड ने वो अपने बे ऑफ बंगाल दे विच ने। ते बचे अपने कोले किहड़े, बचे अपने कोले लक्षद्वीप। तो लक्षद्वीप है जिहड़े अपने अरेबियन सी दे विच ने। इनू याद करने का तरीका है कि जिवें बे ऑफ बंगाल, बी फॉर बे ऑफ बंगाल है, ठीक है जी। अपना नक्शा है, इधर अपनी बे ऑफ बंगाल है, बंगाल की खाड़ी जिन्होंने आप कहने हैं। तो बी का उल्ट की हो गया ए, बी तो पहला की आऊगा ए फॉर अंडेमान निकोबार। तो ए दे विच जिहड़ा बच गया वो अपना बच गया लक्षद्वीप। तो अरेबियन सी दे विच अपने लक्षद्वीप ने आइलैंड, तो बे ऑफ बंगाल दे विच अपने अंडेमान ते निकोबार के आइलैंड ने। ये याद रखियो, बहुत इंपॉर्टेंट है, पूछा जाता कई बार, ठीक है जी। तो ये तुहानूं उलझाउण दे लई है कि ये दोवां दे विच ने, बट इहदा आंसर आऊगा, आंसर नंबर 1 अरेबियन सी, ठीक है जी। अरब सागर के विच ने जिहड़े अपने लक्षद्वीप के टापू ने, ठीक है जी। ये तुहानूं पता होना चाहिए, बहुत इंपॉर्टेंट है ये। तो जिहड़े बे ऑफ बंगाल के विच ने, तो बी मतलब इत्थे आ गया, तो बी का उल्ट की आऊगा ए फॉर अंडेमान निकोबार, ठीक है जी। तो अंडेमान निकोबार के जिहड़े आइलैंड ने वो अपने आ गए बे ऑफ बंगाल के विच, ये याद रखियो। तो ये तुहानूं उलझाउण दे लई ये पाया होया। तो इहदा आंसर आऊगा, आंसर नंबर 1 अरेबियन सी। लक्षद्वीप के टापू अरेबियन सी के विच ने, आंसर नंबर 1 आऊगा। ਜਾਂ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਯਾਦ ਕਰ ਸਕਦੇ ਹੋ। ਜੇ ਤੁਹਾਡੇ ਅੰਡੇਮਾਨ ਨਿਕੋਬਾਰ ਦੇ ਟਾਪੂ ਯਾਦ ਨੇ ਕਿ ਉਹ ਬੇ ਆਫ ਬੰਗਾਲ ਦੇ ਵਿੱਚ ਨੇ, ਤਾਂ ਇਹ ਤੁਹਾਡੇ ਆਟੋਮੈਟਿਕਲੀ ਯਾਦ ਰਹਿਣਗੇ ਕਿ ਇਹ ਇਹਦੇ ਆਪੋਜ਼ਿਟ ਨੇ, ਫਿਰ ਤਾਂ ਇਹ ਅਰੇਬੀਅਨ ਸੀ ਦੇ ਵਿੱਚ ਨੇ, ਠੀਕ ਹੈ ਜੀ। ਅਤੇ ਇਸ ਤਰੀਕੇ ਨਾਲ ਤੁਸੀਂ ਯਾਦ ਕਰ ਸਕਦੇ ਹੋ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਸ਼ਵ ਦੀ ਕਿਹੜੀ ਨਦੀ ਇਕੁਏਟਰ ਨੂੰ 2 ਵਾਰ ਲੰਘਦੀ ਹੈ। ਵਿਚ ਰਿਵਰ ਇਜ਼ ਦੀ ਵਰਡ इन दी वर्ड क्रॉसिज इक्वेटर ट्वाइस। तो 2 वारी, मतलब इक्वेटर की है जोड़ा अपना ये पूरी ग्लोब है, ठीक है जी। ये एक विचकार की एक लाइन लंघती है, ये 0 डिग्री है, ठीक है जी। 0 डिग्री तो की है अपना इक्वेटर, ठीक है जी।
ਤਾਂ ਇਹਦੇ ਜਿਹੜੀਆਂ ਸਮਾਨਾਂਤਰ ਲਾਈਨਾਂ ਨੇ, ਜਿਵੇਂ ਕਿ ਇਹ ਹੋ ਗਈਆਂ ਆਪਣੀਆਂ ਲੈਟੀਟਿਊਡ, ਠੀਕ ਹੈ ਜੀ, ਇਹ ਆਪਣੇ ਹੋ ਗਏ ਲੌਂਗੀਟਿਊਡ। ਤਾਂ ਇਹ ਜਿਹੜੀ ਵਿਚਕਾਰਲੀ ਲਾਈਨ ਹੈ ਜਿਹੜੀ ਇਹਨਾਂ ਨੂੰ ਬਰਾਬਰ ਭਾਗਾਂ 'ਚ ਵੰਡਦੀ ਹੈ ਧਰਤੀ ਨੂੰ, ਤਾਂ ਇਹ ਆਪਣਾ ਇਕੁਏਟਰ ਹੈ। ਤਾਂ ਇਹਨੂੰ ਇਕੁਏਟਰ ਨੂੰ 2 ਵਾਰ ਪਾਰ ਕਰਦੀ ਹੈ ਇਹ ਨਦੀ, ਅਤੇ ਇਹ ਨਦੀ ਦਾ ਕੀ ਨਾਮ ਹੈ? ਤਾਂ ਇਹਦਾ ਆਊਗਾ ਆਨਸਰ ਨੰਬਰ 2, ਕੋਂਗੋ ਨਦੀ। ਠੀਕ ਹੈ ਜੀ, ਕੋਂਗੋ ਨਦੀ ਹੈ ਇਹ, ਇਹਨੂੰ 2 ਵਾਰ ਪਾਰ ਕਰਦੀ ਹੈ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ, ਕਈ ਵਾਰ ਪੁੱਛਿਆ ਗਿਆ। ਤਾਂ ਆਨਸਰ ਨੰਬਰ 2 ਆਊਗਾ। ਮੁੰਡੂ ਮਲਾਈ ਨੈਸ਼ਨਲ ਪਾਰਕ ਕਿੱਥੇ ਸਥਿਤ ਹੈ? ਮੁੰਡੂ ਮਲਾਈ ਨੈਸ਼ਨਲ ਪਾਰਕ ਇਜ਼ ਸਿਟੂਏਟਡ ਇਨ ਤਾਮਿਲਨਾਡੂ, ਕੇਰਲਾ, ਉੱਤਰਾਖੰਡ ਜਾਂ ਮਹਾਰਾਸ਼ਟਰ। ਤਾਂ ਇੱਥੇ ਤੁਸੀਂ 2 ਆਪਸ਼ਨਾਂ ਦੇ ਵਿੱਚ ਉਲਝੋਗੇ। ਠੀਕ ਹੈ ਜੀ, ਕੇਰਲਾ ਅਤੇ ਤਮਿਲਨਾਡੂ ਦੇ ਵਿੱਚ। ਤਾਂ ਇੱਥੇ ਤੁਹਾਨੂੰ ਸਮਝ ਨਹੀਂ ਆਉਣੀ, ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 1। ਇਹ ਤਮਿਲਨਾਡੂ ਦੇ ਵਿੱਚ ਨੇ। ਇੱਕ ਇਹਦੇ ਨਾਲ ਇੱਕ ਹੋਰ ਵੀ ਯਾਦ ਰੱਖ ਲਓ, ਇੱਕ ਤਾਂ ਮੁੰਡੂ ਮਲਾਈ ਹੈ, ਇੱਕ ਹੈ ਇੱਥੇ ਅੰਨਾ ਮਲਾਈ। ਠੀਕ ਹੈ ਜੀ, ਅੰਨਾ ਮਲਾਈ ਅਤੇ ਮੁੰਡੂ ਮਲਾਈ, ਇਹ ਦੋਨੋਂ ਯਾਦ ਰੱਖਿਓ। ਅੰਨਾ ਮਲਾਈ ਅਤੇ ਮੁੰਡੂ ਮਲਾਈ, ਇਹ ਦੋਨੋਂ ਨੈਸ਼ਨਲ ਪਾਰਕ ਇਹ ਕਿੱਥੇ ਨੇ? ਤਮਿਲਨਾਡੂ ਦੇ ਵਿੱਚ। ਤਾਂ ਬਹੁਤ ਇੰਪੋਰਟੈਂਟ ਹੈ, ਆਨਸਰ ਨੰਬਰ 1 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮਾਊਂਟ K2 ਦੀ ਉਚਾਈ ਕਿੰਨੀ ਹੈ? ਮਾਊਂਟ K2, ਇਹ ਜਿਹੜੀ ਇਹ ਚੋਟੀ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਆਪਣੇ ਇੰਡੀਆ ਦੀ ਸਭ ਤੋਂ ਉੱਚੀ ਚੋਟੀ ਹੈ। ਇੱਥੇ ਆਪਾਂ ਨੂੰ ਉਲਝਣ ਪੈਂਦੀ ਹੈ ਬਹੁਤ ਜ਼ਿਆਦਾ ਕਿ ਇੰਡੀਆ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਦੱਸੋ ਕਿਹੜਾ ਹੈ? ਤਾਂ ਇਹ ਆਪਣੀ ਮਾਊਂਟ K2। ਇਹਦੇ ਹੁਣ ਤੁਸੀਂ ਹੋਰ ਵੀ ਨਾਮ ਯਾਦ ਰੱਖ ਲਓ। ਇੱਕ ਤਾਂ ਇਹਨੂੰ ਕਿਹਾ ਜਾਂਦਾ ਕੰਚਨਜੰਗਾ, ਕੰਚਨਜੰਗਾ, ਇਹ ਲਿਖ ਲਿਓ ਤੁਸੀਂ। ਠੀਕ ਹੈ ਜੀ, ਇੱਕ ਇਹਨੂੰ ਕਿਹਾ ਜਾਂਦਾ ਗੌਡਵਿਨ ਆਸਟਿਨ। ਇੱਥੇ ਆਪਾਂ ਉਲਝ ਜਾਂਦੇ ਹਾਂ, ਇਹਦਾ ਨਾਮ ਹੀ ਇਹ ਗੌਡਵਿਨ ਆਸਟਿਨ। ਸਪੈਲਿੰਗ ਹੋ ਸਕਦਾ ਗਲਤ ਹੋਣ, ਤੁਸੀਂ ਸਹੀ ਕਰ ਲਿਓ। ਠੀਕ ਹੈ ਜੀ, ਤਾਂ ਕੰਚਨਜੰਗਾ ਅਤੇ ਗੌਡਵਿਨ ਆਸਟਿਨ, ਇਹ 2 ਨਾਮ ਨੇ ਇਹਦੇ K2 ਦੇ। ਅਤੇ ਕਿੱਥੇ ਪੈਂਦੀ ਹੈ ਇਹ ਪਹਾੜੀ? ਇਹ ਪੈਂਦੀ ਹੈ ਆਪਣੇ ਸਿੱਕਿਮ ਦੇ ਵਿੱਚ। ਸਿੱਕਿਮ ਦੇ ਵਿੱਚ ਆਪਾਂ ਜਿਹੜਾ ਉਲਝਦੇ ਹਾਂ, ਉਹ ਉਲਝਦੇ ਹਾਂ ਮਾਊਂਟ ਐਵਰੈਸਟ ਦੇ ਵਿੱਚ, ਕਿ ਮਾਊਂਟ ਐਵਰੈਸਟ ਇੰਡੀਆ ਦੀ ਸਭ ਤੋਂ ਉੱਚੀ ਚੋਟੀ ਹੈ। ਮਾਊਂਟ ਐਵਰੈਸਟ ਇੰਡੀਆ ਦੇ ਵਿੱਚ ਨਹੀਂ ਪੈਂਦੀ, ਮਾਊਂਟ ਐਵਰੈਸਟ ਤਾਂ ਨੇਪਾਲ ਦੇ ਵਿੱਚ ਪੈਂਦੀ ਹੈ, ਇਹ ਯਾਦ ਰੱਖਿਓ ਤੁਸੀਂ। ਠੀਕ ਹੈ ਜੀ, ਜਦੋਂ ਆਪਾਂ ਮਾਊਂਟ ਐਵਰੈਸਟ ਦਾ ਟਰੈਕ ਕਰਨਾ ਹੈ ਤਾਂ ਆਪਾਂ ਨੂੰ ਨੇਪਾਲ ਦੇ ਵਿੱਚ ਜਾਣਾ ਪਊਗਾ। ਤਾਂ ਜਿਹੜੀ ਮਾਊਂਟ ਐਵਰੈਸਟ ਹੈ ਉਹ ਨੇਪਾਲ ਦੇ ਵਿੱਚ ਪੈਂਦੀ ਹੈ, ਉਹ ਵਰਲਡ ਦੀ ਸਭ ਤੋਂ ਉੱਚੀ ਚੋਟੀ ਹੈ ਪੂਰੀ ਦੁਨੀਆ ਦੀ। ਠੀਕ ਹੈ ਜੀ, ਤਾਂ ਜੇ ਇੰਡੀਆ ਦੀ ਪੁੱਛਿਆ ਜਾਊ ਤਾਂ ਮਾਊਂਟ K2 ਹੈ। K2 ਮਤਲਬ ਕੰਚਨਜੰਗਾ। ਠੀਕ ਹੈ ਜੀ, ਗੌਡਵਿਨ ਆਸਟਿਨ ਇਹਦਾ ਨਾਮ ਹੈ, ਇਹ ਤੁਸੀਂ ਯਾਦ ਰੱਖਿਓ। ਤਾਂ ਕਾਰਾਕੋਰਮ ਰੇਂਜ ਦੇ ਵਿੱਚ ਇਹ ਪੈਂਦੀ ਹੈ, ਸਿੱਕਿਮ ਦੇ ਵਿੱਚ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤਾਂ ਇਹਦੀ ਜਿਹੜੀ ਹਾਈਟ ਹੈ ਉਹ ਆਪਣੀ 8611 ਮੀਟਰ, ਅਤੇ ਜਿਹੜੀ ਮਾਊਂਟ ਐਵਰੈਸਟ ਹੈ ਉਹਦੀ ਕਿੰਨੀ ਹੈ? 8848 ਮੀਟਰ। ਤਾਂ ਇਹਦਾ ਜਿਹੜਾ ਆਨਸਰ ਨੰਬਰ 1 ਆਊਗਾ 8611 ਮੀਟਰ। ਠੀਕ ਹੈ ਜੀ, ਯਾਦ ਰੱਖਿਓ, ਆਨਸਰ ਨੰਬਰ 1 ਆਊਗਾ। ਕੁਚੀਪੁੜੀ ਕਿਹੜੇ ਰਾਜ ਦਾ ਕਲਾਸੀਕਲ ਨਾਚ ਹੈ? ਕੁਚੀਪੁੜੀ ਇਜ਼ ਦੀ ਕਲਾਸੀਕਲ ਡਾਂਸ ਆਫ ਵਿਚ ਸਟੇਟ। ਤਾਂ ਆਪਣੇ ਟੋਟਲ 8 ਕਲਾਸੀਕਲ ਡਾਂਸ ਨੇ। ਅਸਾਮ ਦਾ ਜਿਹੜਾ ਉਹਦਾ ਨਾਮ ਹੈ ਸਤਰੀਆ, ਇਹ ਤੁਸੀਂ ਲਿਖ ਲਓ, ਸਾਰੇ ਨੋਟ ਹੀ ਕਰ ਲਓ। ਠੀਕ ਹੈ ਜੀ, ਇਹ ਵੀ ਤੁਹਾਨੂੰ ਮੈਂ ਕਵਰ ਕਰਵਾ ਹੀ ਦਿੰਦਾ। ਸਤਰੀਆ ਡਾਂਸ ਹੈ ਜਿਹੜਾ ਉਹ ਅਸਾਮ ਦਾ ਹੈ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 2 ਆਊਗਾ। ਇਹ ਕੁਚੀਪੁੜੀ ਜਿਹੜਾ ਡਾਂਸ ਆ ਉਹ ਆਂਧਰਾ ਪ੍ਰਦੇਸ਼ ਦਾ। ਠੀਕ ਹੈ ਜੀ, ਤਾਂ ਇਹਨੂੰ ਯਾਦ ਕਰਨ ਦਾ ਕੀ ਤਰੀਕਾ ਹੈ? ਕੁਚੀ ਮਤਲਬ ਕੱਚੀ ਪੂੜੀ, ਤੁਸੀਂ ਯਾਦ ਰੱਖ ਲਓ ਕਿ ਕੱਚੀ ਪੂੜੀ। ਠੀਕ ਹੈ ਜੀ, ਕੱਚੀ ਪੂੜੀ ਕੌਣ ਤਲ ਸਕਦਾ? ਉਹ ਤਲ ਸਕਦਾ ਅੰਨਾ ਵਿਅਕਤੀ। ਅੰਧਾ ਮਤਲਬ ਆਂਧਰਾ ਪ੍ਰਦੇਸ਼ ਮਤਲਬ ਆਂਧਰਾ ਤੋਂ ਤੁਸੀਂ ਲਾ ਲਓ ਅੰਧਾ ਮਤਲਬ ਅੰਨਾ ਵਿਅਕਤੀ। ਅੰਨਾ ਵਿਅਕਤੀ ਜਿਹੜਾ ਉਹ ਕੱਚੀ ਪੂੜੀ ਤਲ ਰਿਹਾ। ਠੀਕ ਹੈ ਜੀ, ਮਤਲਬ ਇੱਕ ਨਿਮੋਨਿਕ ਹੀ ਹੁੰਦਾ ਯਾਦ ਕਰਨ ਦਾ। ਤਾਂ ਇਹ ਆਂਧਰਾ ਪ੍ਰਦੇਸ਼ ਦਾ ਆਨਸਰ ਆਊਗਾ। ਤਾਂ ਵੈਸੇ ਵੀ ਤੁਹਾਡੇ ਯਾਦ ਰਹਿ ਸਕਦੇ ਇਹ। ਤਾਂ ਅਸਮ ਦਾ ਆ ਗਿਆ ਆਪਣਾ ਸਤਰੀਆ, ਆਂਧਰਾ ਪ੍ਰਦੇਸ਼ ਦਾ ਆਪਣਾ ਕੁਚੀਪੁੜੀ, ਤਾਮਿਲਨਾਡੂ ਦਾ ਆਪਣਾ ਕਿਹੜਾ ਹੈਗਾ? ਭਾਰਤ ਨਾਟਿਅਮ। ਇਹ ਲਿਖ ਲਿਓ ਤੁਸੀਂ। ਠੀਕ ਹੈ ਜੀ, ਭਾਰਤ ਨਾਟਿਅਮ ਇਹ ਆਪਣੇ ਤਮਿਲਨਾਡੂ ਦਾ। ਕੇਰਲਾ ਦੇ 2 ਡਾਂਸ ਨੇ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਠੀਕ ਹੈ ਜੀ, ਕੇਰਲਾ ਦੇ ਜਿਹੜੇ 2 ਡਾਂਸ ਨੇ ਉਹ ਇੱਕ ਤਾਂ ਕਥਕਲੀ। ਠੀਕ ਹੈ ਜੀ, ਕਥਕਲੀ। ਇੱਕ ਇੱਥੋਂ ਦਾ ਮੋਹਿਨੀ ਅੱਟਮ। ਮੋਹਿਨੀ ਅੱਟਮ ਤੁਸੀਂ ਪਾ ਲਿਓ। ਠੀਕ ਹੈ ਜੀ, ਇਹ ਤੁਸੀਂ ਸਪੈਲਿੰਗ ਵੀ ਸਹੀ ਕਰ ਲਿਓ। ਠੀਕ ਹੈ ਜੀ, ਹੋ ਸਕਦਾ ਸਪੈਲਿੰਗ ਆਪਣੇ ਗਲਤ ਹੋਣ, ਤਾਂ ਕਿਉਂਕਿ ਇੱਥੇ ਲਿਖਣ ਦੇ ਵਿੱਚ ਥੋੜ੍ਹੀ ਪ੍ਰੋਬਲਮ ਆਉਂਦੀ ਹੈ। ਠੀਕ ਹੈ ਜੀ, ਤਾਂ ਥੋੜ੍ਹਾ ਆਪਾਂ ਇਹਨੂੰ ਅੱਗੇ ਆਪਾਂ ਫਰਦਰ ਆਪਾਂ ਸਹੀ ਕਰਾਂਗੇ। ਠੀਕ ਹੈ ਜੀ, ਆਪਾਂ ਮਤਲਬ ਇਨਫਰਾਸਟਰਕਚਰ ਹੈ ਜਿਹੜਾ ਉਹ ਆਪਣਾ ਲਿਆ ਰਹੇ ਹਾਂ, ਤਾਂ ਇਹ ਵੀ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਆਪਾਂ ਹੱਲ ਕਰ ਦਾਂਗੇ। ਤਾਂ ਇਹ ਤੁਸੀਂ ਯਾਦ ਰੱਖਿਓ, ਕਥਕਲੀ ਅਤੇ ਮੋਹਿਨੀ ਅੱਟਮ ਇਹ ਕਿੱਥੋਂ ਦੇ ਨੇ? ਕੇਰਲਾ ਦੇ ਨੇ। ਇੱਕ ਆਪਣਾ ਤਮਿਲਨਾਡੂ ਦਾ ਹੋ ਗਿਆ। ਠੀਕ ਹੈ ਜੀ, ਤਾਂ 3 ਹੋ ਗਏ, ਆਂਧਰਾ ਪ੍ਰਦੇਸ਼ 4 ਹੋ ਗਿਆ, ਸਤਰੀਆ 5 ਹੋ ਗਿਆ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਇੱਕ ਆਪਣਾ ਯੂਪੀ ਦਾ ਲਿਖ ਲਓ ਤੁਸੀਂ। ਯੂਪੀ ਦਾ ਜਿਹੜਾ ਉਹ ਹੈ ਆਪਣਾ ਕੱਥਕ ਡਾਂਸ ਹੈ ਜਿਹੜਾ ਉਹ ਯੂਪੀ ਦਾ ਡਾਂਸ ਹੈ, ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਇੱਕ ਕਥਕ ਕਲੀ, ਜਿੱਥੇ ਐਲ ਆ ਗਿਆ ਮਤਲਬ ਕਥਕ ਕਲੀ,
ਐਲ ਫॉर मतलब केरला, ਤਾਂ ਕੱਥਕ ਵਾਲੀ केरला ਦਾ ਅਤੇ यूपी ਦਾ ਇਕੱਲਾ ਕੱਥਕ ਹੈ, ਓਨਲੀ ਕੱਥਕ यूपी ਦਾ, ਠੀਕ ਹੈ ਜੀ। ਇੱਕ ਆਪਣਾ ਆ ਗਿਆ ओडिसी, ਇਹ ओडिशा ਦਾ, ठीक है जी। ओडिसी डांस है जोड़ा वो ओडिशा का डांस है। तो एक मणीपुरी आ गया वो मणीपुर का डांस है, वो तो थोड़े सिंपल ही याद रह जाएंगे। तो ये अपने टोटल 8 क्लासिकल डांस ने, ठीक है जी। ये याद रखियो, पूछे जाएंगे तुहानूं, बहुत इंपॉर्टेंट ने। अज के सैशन का जो अपना लास्ट क्वेश्चन है, PDF का पूरा नाम की है, तो ये कंप्यूटर के विचों है, ठीक है जी। तो यदा जो आंसर है वो आंसर नंबर 1 होगा, पोर्टेबल डॉकूमेंट फॉर्मेट, ठीक है जी। जो आप PDF बनाने कई पेजां नूं इकट्ठा करके मतलब एक फाइल बनाती जाती है, तो उन्होंने कहते हैं पोर्टेबल डॉकूमेंट फॉर्मेट, तो आंसर नंबर 1 आऊगा इसका। अज का जो अपना सैशन है ये आप इत्थे एंड करते हैं। अपने जोड़े 20 क्वेश्चन है वो पूरे हो गए, तो नाल दी नाल जिन्ने भी ऑप्शन है वो भी आप ये कीते ने, तुहाडे क्लासिकल डांस आप सारे करवाए ने, ठीक है जी। तो ये जिन्ने भी तुहाडे फैक्ट ने वो आप सारे कवर करवाए ने, इनू तुसीं चंगी तरह नोट कर लेना, ठीक है जी। तुहानूं बहुत काम देणगे आउण वाले सारे पेपरां दे विच। ते सैशन अपना एक भी मिस ना करियो, कई बारी सैशन अपलोड करने में प्रॉब्लम आ जाती है, तो उन्होंने तुसीं कोऑपरेट करा करो, ठीक है जी। तो वैसे तो आप कोशिश करते हैं कि वीडियो नूं जल्दी तो जल्दी अपलोड कर दिता जाए, बट कई बार नैटवर्क का इशू आ जाता है। तो तुसीं जुड़े रहो अपने चैनल के नाल, तुहाडे जिहड़ा GK दे विच आपां कोई भी विघन नहीं पैण देवांगे। तो एक एक जिहड़ा तुहाडा फैक्ट है वो तुसीं कवर करते जाओ, नोट्स अपने नाल बनाते जाओ। जे तुहानूं वीडियो चंगियां लगदियां इन्हूं लाइक कर दिया करो, अगे शेयर कर दिया करो, ताकि किसी होर दा भी फायदा हो सके। तो कमेंट सैक्शन दे विच अपनी राय जरूर दिया करो कि वीडियो तुहानूं किवें लगी। तो अज का जिहड़ा अपना सैशन है इहदा आपां इत्थे एंड करते हैं। अज दी वीडियो देखने के लिए बहुत बहुत धन्नवाद।